अस्सलाम वालेकुम। 4 स्टार सियासी डेरे ਦੇ ਖੁਸ਼ ਆਮਦੀਦ। ਹਜ਼ੂਰ ਸਾਡੀ ਦੁਆ ਹੈ ਤੁਸੀਂ ਜਿੱਥੇ ਜਿੱਥੇ ਵੀ ਤਸ਼ਰੀਫ ਫਰਮਾ ਗਏ ਹੋ ਅੱਲਾਹ ਪਾਕ ਤੁਹਾਨੂੰ ਸਾਰਿਆਂ ਨੂੰ ਸਿਹਤ ਤੰਦਰੁਸਤੀ عطا ਫਰਮਾਵੇ। ਤੁਹਾਡੇ ਅੱਗੇ ਗੁਜ਼ਾਰਿਸ਼ ਹੈ ਕਿ ਅਗਰ ਤੁਸੀਂ ਚੈਨਲ ਨੂੰ ਸਬਸਕ੍ਰਾਈਬ ਵੀ ਨਹੀਂ ਕੀਤਾ ਤਾਂ ਸਬਸਕ੍ਰਾਈਬ ਕਰ ਦੇਣਾ ਤੇ ਬੈਲ ਆਈਕਨ ਦੇ ਬਟਨ ਨੂੰ ਲਾਜ਼ਮਨ ਦਬਾ ਦੇਣਾ। ਲਓ ਜੀ, ਵੱਡੀਆਂ ਵੱਡੀਆਂ ਖਬਰਾਂ ਅੱਜ ਕੱਲ ਪਾਕਿਸਤਾਨ 'ਚ ਬੜੀ ਵੱਡੀਆਂ ਖਬਰਾਂ ਦਾ ਮੌਸਮ ਚੱਲਦਾ ਪਿਆ ਗਿਆ ਹੈ ਤੇ ਬੜੀਆਂ ਬੜੀਆਂ ਬਿਹਤਰੀਨ ਖਬਰਾਂ ਆਈਆਂ ਨੇ। ਉਹ ਕਹਿੰਦੇ ਨਾ ਕਿ ਵੀ ਰੌਲਾ ਮੁੱਕ ਗਿਆ ਤੇ ਕਿਲਾ ਠੁੱਕ ਗਿਆ। ਠੀਕ ਹੈ ਨਾ। ਪੰਜਾਬੀ ਦੀ ਇੱਕ ਬੜੀ ਮਸ਼ਹੂਰ ਫਿਲਮ ਹੋਈ ਹੈ ਮੌਲਾ ਜੱਟ। ਉਹਦੇ 'ਚ ਦੋ ਕਿਰਦਾਰ ਹੈਗੇ ਸਨ, ਮੌਲਾ ਜੱਟ ਤੇ ਨੂਰੀ ਨੱਤ। ਉਹ ਹਿਸਾਬ ਸੀ ਸਾਡਾ ਡੀ ਚੌਕ ਤੇ ਜਿਹੜਾ ਹੈਗਾ ਸੀ ਨਾ ਹਕੂਮਤ, ਇਸ ਤਰ੍ਹਾਂ ਦਾ ਕਿਰਦਾਰ ਸੀ। ਉਹਦੇ 'ਚ ਇੱਕ ਨਾ ਡਾਇਲੋਗ ਬੋਲਦਾ ਹੈ ਨੂਰੀ ਜੱਟ, ਨੂਰੀ ਨੱਤ ਬੋਲਦਾ ਹੈਗਾ। ਨੂਰੀ ਨੱਤ ਕੀ ਕਹਿੰਦਾ ਹੈਗਾ ਕਿ ਸੁਲਤਾਨ ਰਾਈ ਨੂੰ ਕਿ ਜਿਹੜਾ ਹੈਗਾ ਨਾ ਗੱਲਾਂ ਨਾਲ ਮੈਦਾਨ ਨਹੀਂ ਜਿੱਤੇ ਜਾਂਦੇ। ਨੂਰੀ ਕਹਿੰਦਾ ਗੱਲਾਂ ਨਾਲ ਮੈਦਾਨ ਨਹੀਂ ਜਿੱਤੇ ਜਾਂਦੇ ਤੇ ਇਹ ਗਾਟੇ ਲਾਹ ਦੇ ਜਿਹੜੇ ਹੈਗੇ ਨਾ ਮੈਦਾਨ ਜਿੱਤਣੇ ਪੈਂਦੇ ਹੈਗੇ ਨੇ। ਤੇ ਉਹ ਗੱਲ ਸਹੀ ਕਿ ਗਾਟੇ ਲਾਹਣੇ ਪੈਂਦੇ ਨੇ ਜਾਂ ਗਾਟੇ ਲੈ ਜਾਂਦੇ ਨੇ ਤੇ ਲੇਕਿਨ ਇਨਸਾਫ ਜਿਹੜੀ ਹੈਗੀ ਨਾ ਇਹਦੇ ਤੇ ਪਾਬੰਦੀ ਲੱਗਣ ਲੱਗੀ। ਹੁਣ ਇਹ ਜਿਹੜੇ ਬੰਦੇ ਸੀ ਜਿੱਤ ਗਏ, ਬਾਜ਼ੀਗਰ ਜਿੱਤ ਗਏ ਤੇ ਪੀਰਨੀ ਹਾਰ ਗਈ ਹੈਗੀ। ਇਹਦੇ ਤੇ ਗੱਲਬਾਤ ਕਰਾਂਗੇ। ਇਮਰਾਨ ਖਾਨ ਦੇ ਉੱਤੇ ਨਵੇਂ ਮੁਕੱਦਮਾਤ ਤੇ KPKB ਦੇ ਵਿੱਚ ਬਗਾਵਤ ਸ਼ੁਰੂ ਹੋ ਗਈ ਹੈ। ਸੁਲਮਾਨ ਅਕਰਮ ਰਾਜਾ ਉਹ ਜਿਹੜੇ ਗਏ ਸਨ, ਇਹ ਜਿਹੜੇ ਸੁੰਨੀ ਇਤਿਹਾਦ ਕੌਂਸਲ ਦਾ ਚੇਅਰਮੈਨ ਸੀ, ਉਹਨਾਂ ਨੇ ਇਸਤੀਫਾ ਦੇ ਦਿੱਤਾ ਗਿਆ। ਬੁਸ਼ਰਾ ਬੀਬੀ ਦਾ ਇਮਰਾਨ ਖਾਨ ਨੂੰ ਧੋਖਾ ਤੇ ਹੋਰ ਜਿਹੜਾ ਹੈਗਾ ਨਾ PTI ਨੂੰ ਵੀ ਧੋਖਾ ਦਿੱਤਾ ਗਿਆ, ਧੋਖਾ ਦਿੱਤਾ ਗਿਆ। ਗੰਡਾਪੁਰ ਦੇ ਬਾਰੇ 'ਚ ਤਾਂ ਗੱਲ ਕਰਨੀ ਨਹੀਂ ਚਾਹੀਦੀ ਨਾ। ਗੰਡਾਪੁਰ ਜਿਹੜਾ ਹੈਗਾ ਨਾ ਉਹ ਪਹਿਲੇ ਵੀ ਨਸ ਜਾਂਦਾ ਹੁੰਦਾ ਹੈ। ਪੀਰਨੀ ਤੇ ਪਹਿਲੋਂ ਚਲੋ ਅੱਗੇ ਨਸੀ ਨਸਾਈ ਹੈਗੀ ਤੇ ਜਿਹੜਾ ਹੈਗਾ ਨਾ ਗੰਡਾਪੁਰ ਇਹ ਪਹਿਲੇ ਵੀ ਨਸ ਨੁਸ ਜਾਂਦਾ ਹੈਗਾ। ਸਮਝਦਾਰ ਬੰਦਾ ਹੈ, ਪਾਰਟੀ ਨੂੰ ਆਖਰੀ ਵਕਤ ਦੇ ਵਿੱਚ ਜਿਹੜਾ ਹੈਗਾ ਨਾ ਡੀਲ ਕਰਦੇ ਬਚਾ ਲੈਂਦਾ ਹੈਗਾ। ਚਲੋ ਉਹਦੀ ਮਿਹਰਬਾਨੀ ਹੈ, ਪਾਰਟੀ ਨੂੰ ਬਚਾ ਲਿਆ, ਕਾਰਕੁਨਾਂ ਨੂੰ ਬਚਾ ਲਿਆ। ਬਾਅਦ ਅਸੀਂ ਗੱਲਬਾਤ ਕਰਾਂਗੇ ਬੁਸ਼ਰਾ ਬੀਬੀ ਦੇ ਉੱਤੇ, ਜਿਹੜੀ ਨਵੀਂ ਲੀਡਰ ਬਣੀ ਹੈ ਤਹਿਰੀਕ ਇਨਸਾਫ ਦੇ ਵਿੱਚ। ਪਹਿਲੇ ਉਹਨੇ ਆਪਦੇ ਘਰ ਦਾ ਬੇੜਾ ਗਰਕ ਕੀਤਾ ਤੇ ਫਿਰ ਇਹਨੇ ਤਹਿਰੀਕ ਇਨਸਾਫ ਦਾ ਬੇੜਾ ਗਰਕ ਕੀਤਾ ਗਿਆ। ਲੈ ਦੇ ਸਾਰੇ ਕਾਰਕੁਨਾਂ ਨੂੰ ਟੁਰ ਪਈ। ਇਹ ਸਾਰਾ ਜਿਹੜਾ ਸ਼ੋਅ ਹੋਇਆ ਸੀ ਨਾ ਬੁਸ਼ਰਾ ਬੀਬੀ ਨੇ ਸ਼ੁਰੂ ਕੀਤਾ ਗਿਆ। ਹਰ ਇੱਕ MP MLA ਨੂੰ 10-10 ਹਜ਼ਾਰ ਬੰਦਾ ਲਿਆਉਣ ਦਾ ਕਿਹਾ ਗਿਆ। ਵੀ ਜਿਹੜੇ ਬੰਦੇ ਨੇ 10-10 ਹਜ਼ਾਰ ਜਾਂ 20-20 ਹਜ਼ਾਰ ਜਾਂ 15-15 ਹਜ਼ਾਰ ਬੰਦਾ ਨਾ ਲਿਆ ਦੇ ਆਇਆ ਤੇ ਉਹਨੂੰ ਜਿਹੜਾ ਹੈਗਾ ਨਾ ਅਸੀਂ ਜਿਹੜਾ ਹੈਗਾ ਨਾ ਉਹਨੂੰ ਪਾਰਟੀ ਦੇ ਵਿੱਚੋਂ ਕੱਢ ਦੇਣਾ ਹੈਗਾ। ਠੀਕ ਹੈ ਜੀ। ਉਹਨਾਂ ਖਾਨ ਸਾਹਿਬ ਦਾ ਪੈਗਾਮ ਹੈ ਜੀ, ਜਲੂਸ ਦੀ ਕਿਆਦਤ ਕਰਨ ਦਾ ਜਿਹੜਾ ਹੈਗਾ ਨਾ ਸਾਡਾ ਖਾਨ ਸਾਹਿਬ ਦਾ ਪੈਗਾਮ ਹੈਗਾ। ਤੇ ਜਿਹੜਾ ਹੈਗਾ ਨਾ ਅਸੀਂ ਸਾਰੇ ਬੰਦਿਆਂ ਨੇ ਡੀ ਚੌਕ ਨਹੀਂ ਜਾਣਾ ਤੇ ਸੰਗਜਾਨੀ ਜਾਣਾ ਹੈਗਾ। ਸੰਗਜਾਨੀ ਡੀ ਚੌਕ ਜਾਣਾ ਹੈਗਾ ਤੇ ਸੰਗਜਾਨੀ ਅਸੀਂ ਨਹੀਂ ਜਾਣਾ ਹੈਗਾ। ਪਸ਼ਾਵਰ ਦੇ ਵਿੱਚ ਲੋਕਾਂ ਤੋਂ ਹਲਫ ਲੈਂਦੀ ਪਈ ਸੀ, ਇਹ ਕਸਮਾਂ ਲੈਂਦੀ ਹੈ ਕਿ ਵੀ ਜਿਹੜਾ ਹੈਗਾ ਨਾ ਮੇਰੇ ਨਾਲ ਜਿਹੜਾ ਬੰਦਾ ਚੁੱਕੇਗਾ ਤੇ ਮੈਂ ਤੁਹਾਡੇ ਸਾਰਿਆਂ ਨਾਲ ਵਾਅਦਾ ਕਰਨੀ ਕਿ ਵੀ ਮੈਂ ਡੀ ਚੌਕ ਨਹੀਂ ਛੱਡਾਂ ਦੀ। ਲੇਕਿਨ ਇਹਨੇ ਜਿਹੜਾ ਹੈਗਾ ਸੀ ਨਾ ਪਸ਼ਾਵਰ ਦੇ ਵਿੱਚ ਹਲਫ ਲਿਆ। ਉਹਨੇ ਤੁਹਾਡੇ ਵਿੱਚ ਤੁਹਾਨੂੰ ਵੀ ਕਸਮ ਹੈਗੀ ਹੈ ਤੁਸੀਂ ਵੀ ਛੱਡਣਾ ਨਹੀਂ ਹੈਗਾ। ਆਪਾਂ ਡੀ ਚੌਕ ਪਹੁੰਚਦੇ ਹੀ ਦਮ ਲਵਾਂਗੇ। ਲੋਕਾਂ ਨਾਲ ਵਾਅਦੇ ਕੀਤੇ, ਕਸਮਾਂ ਲਈਆਂ ਤੇ ਸਾਰਿਆਂ ਨੇ ਪਹਿਲਾਂ ਜਿਹੜਾ ਡੀ ਚੌਕ ਛੱਡਿਆ ਨਾ ਇਹਨਾਂ ਦੋ ਬੰਦਿਆਂ ਨੇ ਛੱਡਿਆ, ਅਲੀ ਮੀਨ ਗੰਡਾਪੁਰ ਨੇ ਤੇ ਜਿਹੜਾ ਹੈਗਾ ਨਾ ਪੀਰਨੀ ਨੇ। ਇਹ ਉਹ ਲੋਕ ਹੈਗੇ ਨੇ ਜਿਨ੍ਹਾਂ ਨੇ ਕਸਮਾਂ ਖਾਧੀਆਂ, ਵਾਅਦੇ ਕੀਤੇ ਤੇ ਬੰਦੇ ਨੂੰ ਰਾਜ ਵਿੱਚ ਛੱਡ ਗਏ। ਤੇ ਇਹ ਆਪਦੇ ਜਿਹੜੇ ਕਾਰਕਨ ਸਨ ਇਹਨਾਂ ਦੇ ਜਿਹੜੇ ਬੰਦੇ ਜਿਹੜੇ ਨਾਲ ਗਏ 1000 2000 ਦਿਹਾੜੀ ਵਾਲੇ, ਠੀਕ ਹੈ ਨਾ, ਉਹਨਾਂ ਨੂੰ ਬੇਯਾਰੋ ਮਦਦਗਾਰ ਛੱਡ ਦੇ ਨਸ ਗਏ। ਪਸ਼ਾਵਰ ਦੇ ਵਿੱਚ ਪੀਰਨੀ ਨੇ ਪਹਿਲੀ ਤਕਰੀਰ ਕੀਤੀ ਔਰ ਲੌਂਗ ਮਾਰਚ ਦੀ ਕਿਆਦਤ ਸ਼ੁਰੂ ਕਰ ਦਿੱਤੀ ਗਈ। ਅੱਗੇ ਵੀ ਤੁਹਾਨੂੰ ਦੱਸਿਆ ਹੈਗਾ ਕਿ ਇਹ ਜਿਹੜਾ ਹੈਗਾ ਨਾ ਗੱਲਾਂ ਨਾਲ ਮੈਦਾਨ ਨਹੀਂ ਜਿੱਤੇ ਜਾਂਦੇ ਹੈਗੇ। ਮੈਦਾਨ ਜਿੱਤਣ ਵਾਸਤੇ ਕੁਰਬਾਨੀਆਂ ਦੇਣੀਆਂ ਪੈਂਦੀਆਂ ਨੇ। ਠੀਕ ਹੈ ਨਾ। ਉਹਨੇ ਲੌਂਗ ਮਾਰਚ ਦੀ ਕਿਆਦਤ ਸ਼ੁਰੂ ਕਰ ਦਿੱਤੀ। ਰਾਹ 'ਚ ਵੀ ਅਲੀ ਮੀਨ ਗੰਡਾਪੁਰ ਨਾਲ ਝਗੜਾ ਹੋਇਆ। ਝਗੜਾ ਹੋਣ ਤੋਂ ਬਾਅਦ ਕਾਫੀ ਜ਼ਿਆਦਾ ਇਹਨਾਂ ਦੋਵਾਂ ਦਾ ਮਸਲਾ ਵੀ ਬਣਿਆ। ਉਹ ਆਪਦੀ ਲਹਿਦਾ ਗੱਡੀ 'ਚ ਆਉਂਦੀ ਰਹੀ ਹੈ, ਆਪਦੀ ਲਹਿਦਾ ਗੱਡੀ 'ਚ ਆਉਂਦੇ ਰਹਿ ਗਏ। ਠੀਕ ਹੈ ਨਾ। ਪਸ਼ਾਵਰ ਦੇ ਵਿੱਚੋਂ ਜਿਹੜਾ ਇਹਦਾ ਨਾ ਸਿਆਸੀ ਟਾਈਮ ਸ਼ੁਰੂ ਹੋਇਆ ਤੇ ਡੀ ਚੌਕ ਜਾਂਦੇ ਖਤਮ ਹੋ ਗਿਆ ਬੁਸ਼ਰਾ ਬੀਬੀ ਦਾ। ਆਵਾਮ ਨੂੰ ਪਤਾ ਲੱਗ ਗਿਆ ਕਿ ਜਿਹੜੀ ਆ ਬੁੜੀ ਨਾ ਬੜੀ ਮਕਾਰ ਹੈਗੀ ਹੈ, ਬੜਾ ਇਹਦਾ ਹਿਸਾਬ ਕਿਤਾਬ ਹੈਗਾ। ਚਲੋ ਖੈਰ ਇਹ ਡਰ ਦੇ ਮਾਰੇ ਨਸ ਗਈ ਹੈਗੀ ਹੈ। ਠੀਕ ਹੈ ਨਾ। ਅਗਰ ਬੁਸ਼ਰਾ ਬੀਬੀ ਫਰਾਰ ਨਾ ਹੁੰਦੀ, ਉੱਥੋਂ ਨਸਦੀ ਨਾ, ਤੇ ਇਹਨੇ ਇੱਕ ਬਹਾਦਰ ਖਤੂਨ ਦੇ ਤੌਰ ਤੇ ਨਾ ਇਹਨੂੰ ਪੂਰੇ ਪਾਕਿਸਤਾਨ ਦੇ ਵਿੱਚ ਇਹਨੇ ਜਾਣਿਆ ਜਾਣਾ ਸੀ। ਮੈਦਾਨ 'ਚ ਖੜੀ ਰਹਿੰਦੀ, ਉੱਥੋਂ ਨਸਦੀ ਨਾ, ਗ੍ਰਿਫਤਾਰੀ ਦੇ ਦਿੰਦੀ। ਠੀਕ ਹੈ ਨਾ।
ਗ੍ਰਿਫਤਾਰੀ ਦੇ ਦਿੰਦੀ। ਬਹੁਤਾ ਇਹਨੂੰ ਕੀ ਕਰ ਲੈਣਾ ਸੀ, ਉਹਨਾਂ ਨੇ ਗ੍ਰਿਫਤਾਰੀ ਕਰ ਲੈਣਾ ਸੀ। ਤੇ ਵੇਖੋ, ਅਗਰ ਤੁਸੀਂ ਵੇਖਿਆ ਜਾਵੇ ਨਾ, ਅਗਰ ਬੇਨਜ਼ੀਰ ਭੁੱਟੋ ਸਾਹਿਬ ਨੂੰ ਤੁਸੀਂ ਵੇਖ ਲਵੋ, ਮਰੀਮ ਨਵਾਜ਼ ਨੂੰ ਸਾਹਿਬਾਂ ਨੂੰ ਵੇਖ ਲਵੋ, ਨੁਸਰਤ ਭੁੱਟੋ ਸਾਹਿਬ ਨੂੰ ਵੇਖ ਲਵੋ, ਬੇਗਮ ਕੁਲਸੂਮ ਨਵਾਜ਼ ਸਾਹਿਬ ਨੂੰ ਵੇਖ ਲਵੋ, ਉਹਨਾਂ ਨੇ ਵੀ ਤਹਿਰੀਕ ਚਲਾਈ, ਉਹਨਾਂ ਨੂੰ ਵੀ ਮੈਦਾਨ 'ਚ ਖੜਾ ਹੋਣਾ ਪਿਆ। ਬੜੇ ਬੜੇ ਸਿਆਸੀ ਗੌਰਮੈਂਟ, ਉਹਨਾਂ ਨੇ ਇੱਕ ਫੌਜੀ ਅਮਰੀਅਤ ਦਾ ਮੁਕਾਬਲਾ ਕੀਤਾ। ਇਹਨਾਂ ਖਵਾਤੀਨ ਨੇ ਮੁਲਕ ਦੇ ਅੰਦਰ ਸਿਆਸਤ ਦੇ ਵਿੱਚ ਬਹਾਦਰੀ ਦੀ ਮਿਸਾਲਾਂ ਕਾਇਮ ਕੀਤੀਆਂ ਗਈਆਂ। ਦੇਖੋ ਨਾ, ਮਰੀਮ ਨਵਾਜ਼ ਲੰਦਨ ਤੋਂ ਆਈ ਆਪਣੇ ਅੱਬਾ ਜੀ ਦੇ ਨਾਲ, ਮੀਆਂ ਮੁਹੰਮਦ ਨਵਾਜ਼ ਸ਼ਰੀਫ ਸਾਹਿਬ ਦੇ ਨਾਲ ਆਂਦੇ ਏਅਰਪੋਰਟ ਦੀ ਗ੍ਰਿਫਤਾਰੀ ਦਿੱਤੀ ਗਈ। ਬੇਟੀ ਨੂੰ ਲਹਿਦਾ ਬੰਦ ਕਰ ਦਿੱਤਾ ਗਿਆ, ਤੇ ਜਿਹੜਾ ਹੈਗਾ ਸੀ ਨਾ, ਇਹਨੂੰ ਲਹਿਦਾ ਬੰਦ ਕਰ ਦਿੱਤਾ ਗਿਆ। ਇਮਰਾਨ ਖਾਨ ਦੇ ਦੌਰ ਦੇ ਵਿੱਚ ਇਹਨਾਂ ਦੇ ਵਿਰੁੱਧ ਜ਼ੁਲਮ ਤੇ ਬਰਬਰੀਅਤ ਦੀ ਮਿਸਾਲ ਕਾਇਮ ਕੀਤੀ ਗਈ। ਠੀਕ ਹੈ ਨਾ। ਦੇਖੋ, ਨਾ ਬੇਨਜ਼ੀਰ ਭੁੱਟੋ ਨੱਸੀ ਕਿਸੇ ਪਾਸੇ, ਤੇ ਨਾ ਹੀ ਮਰੀਮ ਨਵਾਜ਼ ਜਿਹੜੀ ਸੀ ਨਾ ਉਸ ਟਾਈਮ ਏਅਰਪੋਰਟ ਤੋਂ ਗਈ, ਨਾ ਜਲੂਸ ਤੋਂ ਗਈ ਹੈਗੀ, ਪੀਰਨੀ ਧਰਨੇ 'ਚ ਨੱਸ ਗਈ। ਠੀਕ ਹੈ ਨਾ। ਬੁਸ਼ਰਾ ਬੀਬੀ ਨੂੰ 1 ਮਿੰਟ ਦੇ ਵਿੱਚ ਡਰਪੋਕ ਖਤੂਨ ਬਣਾ ਦਿੱਤਾ ਗਿਆ ਔਰ ਉਹਨਾਂ ਦੀ ਜਿਹੜੀ ਸਿਆਸਤ ਸ਼ੁਰੂ ਹੋਣ ਤੋਂ ਪਹਿਲੇ ਖਤਮ ਹੋ ਗਈ। ਤਰੀਕੇ ਇਨਸਾਫ ਦੇ ਜਿਹੜੇ ਹੈਗੇ ਨੇ ਯੂਟਿਊਬਰ, ਇਹ ਜਿਹੜੇ ਤਰੀਕੇ ਇਨਸਾਫ ਦੇ ਯੂਟਿਊਬਰ ਹੈਗੇ ਨੇ, ਇਹਨਾਂ ਨੇ ਪੂਰੇ ਮੁਲਕ ਦੇ ਵਿੱਚ ਹੰਗਾਮਾ ਬਰਪਾ ਕੀਤਾ ਹੋਇਆ ਕਿ ਇੰਜ ਹੋ ਗਿਆ ਜੀ, ਮੁਲਕ ਦੇ ਵਿੱਚ ਇੰਜ ਹੋ ਗਿਆ ਜੀ, ਅਸੀਂ 10 ਲੱਖ ਬੰਦਾ ਡੀ ਚੌਕ ਪਹੁੰਚ ਗਿਆ ਜੀ। ਇਹ ਜਿਹੜੇ 8-10 ਹੈਗੇ ਨੇ ਨਾ, ਮੋਇਦ ਪੀਰਜ਼ਾਦਾ, ਸਮੀ ਇਬਰਾਹੀਮ, ਸਾਬਰ ਸ਼ਾਕਰ, ਅਰਸ਼ਾਦ ਭੱਟੀ, ਤੇ ਇਹ ਹੋਰ ਜਿਹੜੇ ਯੂਟਿਊਬਰ ਮਤੀਉੱਲਾ ਜਾਨ, ਠੀਕ ਹੈ ਨਾ, ਉਹਨਾਂ ਤੇ ਕੱਲ ਫੜ ਲਿਆ ਨਾ ਗੌਰਮੈਂਟ ਨੇ। ਉਹਨੇ ਲਿਆ ਕਿੱਥੇ ਉਹ 400-500 ਲਾਸ਼ਾਂ ਜਿਹੜੀਆਂ ਤੂੰ ਲਿਆ ਦੇ ਲਗਾ ਫਿਰਨਾ ਹੈਗਾ ਸੈਂ। ਤੇ ਉਹ ਜਿਹੜੇ ਯੂਟਿਊਬਰ ਹੈਗੇ ਨੇ, ਇਹਨਾਂ ਨੂੰ ਡਾਲਰਾਂ 'ਚ ਕਮਾਈ ਹੁੰਦੀ ਪਈ ਹੈਗੀ ਏ। ਇਹ ਮੁਲਕ ਦੇ ਵਿੱਚ ਝੂਠ ਬੋਲਦੇ ਤੇ ਮੁਲਕ ਦੇ ਵਿੱਚ ਜਿਹੜਾ ਹੈਗਾ ਨਾ, ਜਿਹੜਾ ਕਹਿੰਦਾ ਅਨਾਰਕੀ ਫੈਲਾਉਂਦੇ ਪਏ ਹੈਗੇ ਨੇ, ਤੇ ਜਿਹੜਾ ਹੈਗਾ ਨਾ ਮੁਲਕ ਦੇ ਵਿੱਚ ਇੱਕ ਅਜੀਬ ਸੂਰਤ ਹਾਲ ਹੈ ਬੰਦੇ ਪੈਦਾ ਕਰਦੇ ਹੈਗੇ, ਜਿਹੜੇ ਇਹਨਾਂ ਦੇ 5-7 ਜਾਂ 10 ਯੂਟਿਊਬਰ ਹੈਗੇ ਨੇ ਜਿਹੜੇ ਹੈਗੇ ਨਾ। ਕਦੀ ਕਹਿੰਦੇ ਨੇ ਵਜ਼ੀਰ ਆਜ਼ਮ ਸਾਹਿਬ ਨੱਸ ਗਏ ਨੇ, ਉਹਨਾਂ ਦਾ ਹੈਲੀਕਾਪਟਰ ਆ ਗਿਆ, ਉਹ ਹੈਲੀਕਾਪਟਰ ਤੇ ਚਲੇ ਗਏ ਹੈਗੇ ਨੇ। ਕਦੀ ਕਹਿੰਦੇ ਨੇ ਸਦਰ ਜ਼ਰਦਾਰੀ ਸਾਹਿਬ ਵੀ ਨੱਸ ਗਏ ਨੇ, ਬਿਲਾਵਲ ਭੁੱਟੋ ਜ਼ਰਦਾਰੀ ਵੀ ਨੱਸ ਗਿਆ ਗਿਆ। ਠੀਕ ਹੈ ਨਾ। ਇਹ ਸਾਰਾ ਦਿਨ ਝੂਠੀਆਂ ਖਬਰਾਂ ਚਲਾਉਂਦੇ ਰਹੇ ਤੇ ਇਮਰਾਨ ਖਾਨ ਨੂੰ ਕੌਮ ਦਾ ਹੀਰੋ ਬਣਾ ਕੇ ਪੇਸ਼ ਕਰਦੇ ਰਹੇ। ਸਾਰਾ ਝੂਠਾ ਪ੍ਰੋਪਾਗੈਂਡਾ ਇਹਨਾਂ ਨੇ ਕੀਤਾ, ਆਵਾਮ ਨੂੰ ਗੁੰਮਰਾਹ ਕਰਨ ਦੀ ਕੋਸ਼ਿਸ਼ ਕਰਦੇ ਰਹੇ। ਜਦੋਂ ਫੌਜ ਨੇ ਐਕਸ਼ਨ ਲਿਆ ਤੇ ਇਹਨਾਂ ਨੇ 26 ਮਿੰਟ ਵੀ ਉੱਥੇ ਡੀ ਚੌਕ ਦੇ ਜਿਹਨਾਂ ਡੀ ਚੌਕ ਖਾਲੀ ਕਰ ਦਿੱਤਾ ਗਿਆ। ਜਦੋਂ ਫੌਜ ਇਹਨਾਂ ਦੇ ਨਾਲ ਸੀ, ਜਦੋਂ ਅੱਬੇ ਦਾ ਆਦਮੀ ਸਿਰ ਦੇ ਹੱਥ ਸੀ, ਜਿਹਨੂੰ ਅੱਬਾ ਜੀ ਕਹਿੰਦੇ ਸਨ, ਜਨਾ ਕਮਰ ਜਵੇਦ ਬਾਜਵਾ ਨੂੰ, ਤੇ ਇਹ ਕਹਿੰਦੇ ਸਨ ਅੱਬਾ ਹਜ਼ੂਰ ਕਹਿੰਦੇ ਸਨ। ਉਸ ਟਾਈਮ ਇਹਨਾਂ ਨੇ 126 ਦਿਨਾਂ ਦਾ ਧਰਨਾ ਦਿੱਤਾ ਗਿਆ, 126 ਦਿਨਾਂ ਦਾ। ਇਹ ਫੌਜ ਤੋਂ ਬਗੈਰ 26 ਮਿੰਟ ਵੀ ਜਿਹੜਾ ਹੈਗਾ ਸੀ ਨਾ ਉੱਥੇ ਨਿਕਲ ਸਕੇ ਗਏ। 400-500 ਗੱਡੀਆਂ ਛੱਡਦੇ ਨੱਸ ਗਏ, ਔਰ ਆਪਦਾ ਝੂਠਾ ਜਿਹੜਾ ਇਹਨਾਂ ਦਾ ਇਨਕਲਾਬ ਹੈਗਾ ਸੀ ਉਹਨੂੰ ਵੀ ਨਾਲ ਲੈ ਗਏ। ਠੀਕ ਹੈ ਨਾ। ਜਿਆਦਾ ਇਹਨਾਂ ਨੇ 300 ਲੋਕਾਂ ਨੂੰ ਜਿਹੜਾ ਹੈਗਾ ਨਾ ਸ਼ਹੀਦ ਕਰਾ ਦਿੱਤਾ ਗਿਆ, ਵੀ 300-400 ਬੰਦਾ ਸ਼ਹੀਦ ਕਰਵਾ ਦਿੱਤਾ ਗਿਆ। ਹੁਕੂਮਤ ਨੇ ਵੀ ਜਿਹੜਾ ਹੈਗਾ ਨਾ, ਤੇ ਉਧਰ ਜਿਹੜੀ ਕੇਬੇ ਕੀ ਗੌਰਮੈਂਟ ਨੇ ਇਹਨਾਂ ਨੂੰ ਸ਼ਹੀਦ ਹੋਣ ਵਾਲਿਆਂ ਵਾਸਤੇ 1 ਕਰੋੜ ਰੁਪਏ ਦਾ ਐਲਾਨ ਕੀਤਾ ਗਿਆ। ਜਿਹੜਾ ਬੰਦਾ ਉੱਤੇ ਸ਼ਹੀਦ ਹੋਇਆ, ਸ਼ਹੀਦ ਕੀ ਹੈ, ਜੰਗ ਲੜਨ ਗਿਆ ਸੀ, ਉਹ ਕਿਹੜਾ ਸਲਾਮ ਦਾ ਕਿਲਾ ਫਤਿਹ ਕਰਨ ਗਿਆ, ਸ਼ਹੀਦ ਸ਼ੁਹੀਦ ਕੋਈ ਨਹੀਂ ਹੈ, ਇਹ ਮਾਰਿਆ ਗਿਆ। ਕਿਹੜਾ ਬੰਦਾ ਇਹਨਾਂ ਨੂੰ ਸ਼ਹੀਦ ਕਹਿੰਦਾ ਹੈ, ਸ਼ਹੀਦ ਸ਼ੁਹੀਦ ਕੋਈ ਨਹੀਂ ਹੈ। ਕੋਈ ਸਲਾਮ ਦੀ ਜੰਗ ਨਹੀਂ ਹੈਗੀ, ਇਹ ਇਸਲਾਮਾਬਾਦ ਦੀ ਜੰਗ ਹੈਗੀ ਹੈ। ਉੱਥੇ ਜਿਹੜਾ ਹੈਗਾ ਇਹਨੂੰ ਸ਼ਹੀਦ ਕਰਾਰ ਦਿੰਦੇ ਨੇ ਹਕੂਮਤ ਨੇ। ਉਹ ਜਿਹੜਾ ਯੂਟਿਊਬਰ ਸਾਫੀ ਜਿਹੜਾ ਨਵਾਂ ਯੂਥੀਆ ਬਣਿਆ ਗਿਆ, ਠੀਕ ਹੈ ਨਾ, ਮਤੀਲਾ ਜਾਨ ਨੂੰ ਵੀ ਗ੍ਰਿਫਤਾਰ ਕਰ ਲਿਆ। ਤੇ ਹੁਣ ਮਤੀਲਾ ਜਾਨ ਨੂੰ ਹਕੂਮਤ ਨੇ ਗ੍ਰਿਫਤਾਰ ਕੀਤਾ, ਉਹਨੇ ਲਿਆ ਉਹ 300 ਲਾਸ਼ਾਂ ਕਿੱਥੇ ਹੈਗੀਆਂ ਜਿਹੜੇ ਤੋਂ ਮੁਲਕ ਦੇ ਵਿੱਚ ਝੂਠ ਮਾਰਨ ਡਿਆ ਹੈਗਾ ਵੀ 300 ਲਾਸ਼ ਹੋ ਗਈ ਤੇ ਇੰਜ ਹੋ ਗਿਆ ਇੰਜ ਹੋ ਗਿਆ। ਇਹਨੇ ਮੁਲਕ ਦੇ ਵਿੱਚ ਖਬਰ ਦੇ ਸਨਸਨੀ ਫੈਲਾਈ ਦਿੱਤੀ ਤੇ ਆਵਾਮ ਨੂੰ ਗੁੰਮਰਾਹ ਕੀਤਾ ਗਿਆ। ਪੀਟੀਆਈ ਦਾ ਸਾਰਾ ਜਿਹੜਾ ਬਿਆਨ ਹੈਗਾ ਝੂਠ ਤੇ ਮਬਨੀ ਹੈ। ਇਹ ਜਦੋਂ ਦੇ ਆਏ ਇਹਨਾਂ ਨੇ ਝੂਠ ਬੋਲੇ, ਇਹਨਾਂ ਨੇ ਇੰਨੇ ਵਾਰੀ ਝੂਠ ਬੋਲੇ, ਝੂਠ ਨੂੰ ਯੂ ਟਰਨ ਦਾ ਨਾਂ ਦੇ ਦਿੱਤਾ ਗਿਆ। ਇਹਨਾਂ ਨੇ ਸਾਰੀ ਜ਼ਿੰਦਗੀ ਝੂਠ ਦਾ ਸਹਾਰਾ ਲਿਆ, ਝੂਠ ਝੂਠ ਝੂਠ। ਇਸ ਨਾਲ ਦੀ ਝੂਠ ਵਾਲੀ ਕੌਮ ਅਸੀਂ ਨਹੀਂ ਵੇਖੀ। ਇੰਨੇ ਝੂਠ ਬੋਲੇ ਨੇ ਇਹਨਾਂ ਨੇ, ਇੰਨੇ ਝੂਠ ਬੋਲੇ ਨੇ। ਤੁਸੀਂ ਇਹਨਾਂ ਦਾ 3.5 ਸਾਲਾ ਦੌਰ ਇਕਤਦਾਰ ਦੇ ਦੌਰ ਇਹਨਾਂ ਦਾ ਕੱਢਦੇ ਵੇਖ ਲਓ, ਝੂਠ ਤੇ ਮਬਨੀ ਗਿਆ ਵੀ ਅਸੀਂ ਖੈਬਰ ਪਖਤੂਨਖਵਾ ਦੇ ਵਿੱਚ 300 ਡੈਮ ਬਣਾ ਦਿੱਤਾ, ਉਹ ਵੀ ਝੂਠ ਨਿਕਲਿਆ ਗਿਆ। ਅਸੀਂ ਜੀ ਖੈਬਰ ਪਖਤੂਨਖਵਾ ਦੇ ਵਿੱਚ ਇਹ ਕਰਦਾ, ਮੁਲਕ ਉਹ ਸੁਬਾ ਦੀਵਾਲੀਆ ਹੋਇਆ ਫਿਰਦਾ ਗਿਆ। ਠੀਕ ਹੈ ਨਾ। ਤੇ ਇਹਨਾਂ ਨੇ ਜਿਹੜਾ ਹੈਗਾ ਨਾ, ਸਾਡੀ ਗੌਰਮੈਂਟ ਅੱਗੇ ਅਪੀਲ ਹੈ ਕਿ ਜਿਹੜੇ ਇਹ ਝੂਠੇ ਯੂਟਿਊਬਰ ਹੈਗੇ ਨੇ ਇਹਨਾਂ ਨੂੰ ਗ੍ਰਿਫਤਾਰ ਕੀਤਾ ਜਾਵੇ ਤੇ ਇਹਨਾਂ ਨੂੰ ਜਿਹੜੀ ਨਾ ਸਜ਼ਾ ਸੁਣਾਈ ਜਾਵੇ। ਠੀਕ ਹੈ ਨਾ। ਪੀਟੀਆਈ ਨੇ ਆਪਦੇ ਪੀਟੀਆਈ ਦਾ ਜਿਹੜਾ ਹੈਗਾ ਨਾ, ਇਹਨਾਂ ਨੇ 300-400 ਲਾਸ਼ਾਂ ਡਿੱਗੀਆਂ ਹੈਗੀਆਂ ਨੇ।
ਤੇ ਸਾਡੇ ਅੱਗੇ ਗੁਜ਼ਾਰਿਸ਼ ਹੈ ਗਵਰਨਮੈਂਟ ਅੱਗੇ, ਇਹਨਾਂ ਦਾ ਝੂਠ ਬੇਨਕਾਬ ਕੀਤਾ ਜਾਵੇ। ਤੇ ਇਹਨਾਂ ਨੂੰ ਪੁੱਛਿਆ ਗਿਆ, ਅਗਰ ਅਗਰ ਇਹ ਪੁੱਛਿਆ ਇਹਨਾਂ ਨੂੰ ਪੀਟੀਆਈ ਵਾਲਿਆਂ ਨੂੰ, ਅਗਰ ਲਾਸ਼ਾਂ ਹੀ ਡਿੱਗਦੀਆਂ ਪਈਆਂ ਤੇ ਬੰਦੇ ਹੀ ਮਰਦੇ ਪਏ ਤੇ ਤੁਸੀਂ ਉੱਥੇ ਕਿਉਂ ਨੱਸ ਗਏ ਜੀ? ਇਹ ਨਸਾਂ ਦੇ ਵਿੱਚ ਪੀਰ ਨਹੀਂ ਸਾਰੇ ਫਰਿਸ਼ਤੇ ਹੈਗੀ ਹੈ, ਇਹ ਅੱਗੇ ਵੀ ਨਸੀ ਨੁਸੀ ਹੋਈ ਹੈ, ਠੀਕ ਹੈ ਨਾ, ਤੇ ਇੱਥੇ ਵੀ ਆਂਦੇ ਬੰਦਾਨ ਛੱਡ ਦੇ ਨਸ ਗਈ ਹੈਗੀ ਹੈ। ਇਹ ਅੱਗੇ ਵੀ ਗੱਲ ਕਰਨੇ ਪਏ ਹਾਂ, ਲੀਡਰ ਐਵੇਂ ਨਹੀਂ ਬਣਿਆ ਜਾਂਦਾ ਹੈਗਾ। ਉੱਥੇ ਲੋਕ ਲਾਸ਼ਾਂ ਡਿੱਗਦੀਆਂ ਪਈਆਂ ਉੱਥੇ ਖਲੋ ਜਾਂਦੇ, ਪੀਰਨੀ ਵੀ ਖਲੋ ਜਾਂਦੀ, ਦੂਜੇ ਵੀ ਖਲੋ ਜਾਂਦੇ, ਲੇਕਿਨ ਇਹ ਲੋਕ ਸਾਰੇ ਬੰਦਿਆਂ ਨੂੰ ਛੱਡਦੇ ਨੱਸ ਗਏ। ਲੇਕਿਨ ਅਸੀਂ ਤੁਹਾਨੂੰ ਇਤਲਾਹ ਦਿੰਦੇ ਹਾਂ, ਕੋਈ ਲਾਸ਼ ਨਹੀਂ ਡਿੱਗੀ, ਕੋਈ ਕੁਛ ਨਹੀਂ ਹੈ। 5-6 ਬੰਦੇ ਜਿਹੜੇ ਹੈਗੇ ਸੀ ਨਾ ਉਹ ਮਰੇ ਨੇ, ਕੁਛ ਲੋਕ ਜਿਹੜੇ ਜ਼ਖਮੀ ਹੋਏ ਨੇ, ਉਹਦੇ 'ਚ 5 ਜਿਹੜੇ ਰੇਂਜਰ ਦੇ ਹਲਾਕਾਰ ਹੈਗੇ ਨੇ। ਚਲੋ ਅਸੀਂ ਮੰਨ ਲਈਏ ਲਾਸ਼ਾਂ ਡਿੱਗੀਆਂ ਨੇ ਜਾਂ ਕੁਛ ਵੀ ਹੋਇਆ, ਇਹ ਡੀ ਚੌਕ ਦੇ ਵਿੱਚ ਲਾਸ਼ਾਂ ਲੈ ਕੇ ਬਹਿ ਜਾਂਦੇ, ਠੀਕ ਹੈ ਨਾ। ਤੇ ਇਹਨਾਂ ਨੇ ਸਿਆਸੀ ਤੌਰ ਤੇ ਆਪਦਾ ਬੜਾ ਵੱਡਾ ਨੁਕਸਾਨ ਕੀਤਾ ਪੀਟੀਆਈ ਨੇ, ਜਿਹੜਾ ਸਾਰੇ ਉਹਨਾਂ ਨੂੰ ਛੱਡ ਦੇ ਨੱਸ ਗਏ ਨੇ। ਪੀਟੀਆਈ ਨੂੰ ਹੁਣ ਕਦੀ ਵੀ ਜਿਹੜੀ ਨਾ ਇhtਜਾਜ ਦੀ ਕਾਲ ਨਹੀਂ ਦੇਣੀ ਚਾਹੀਦੀ ਹੈਗੀ। ਇਹ ਜਿਹੜਾ ਪੀਟੀਆਈ ਨੂੰ ਲੋਕ ਬਹੁਤ ਜ਼ਿਆਦਾ ਬੁਰਾ ਭਲਾ ਕਹਿੰਦੇ ਪਏ ਨੇ, ਤੇ ਜਿਹੜਾ ਹੈ ਨਾ ਇਹਨਾਂ ਨੇ ਜਿਹੜਾ ਮਾਮਲਾ ਕੀਤਾ ਨਾ ਇਹ ਵਾਲਾ ਪੀਟੀਆਈ ਨੇ, ਇਹ 9 ਮਈ ਦੇ ਨਾਲ ਇਹਨਾਂ ਨੂੰ ਜਿਸ ਤਰ੍ਹਾਂ ਇਹਨਾਂ ਨੂੰ 9 ਮਈ 'ਚ ਨੁਕਸਾਨ ਹੋਇਆ ਨਾ, ਹੁਣ ਇਹਨਾਂ 27 ਨਵੰਬਰ ਨੂੰ ਜਿਹੜਾ ਹੈ 26 ਨਵੰਬਰ ਨੂੰ ਜਿੰਨਾ ਕੋਈ ਇਹਨਾਂ ਨੁਕਸਾਨ ਉਠਾਉਣਾ ਪਿਆ ਹੈ ਨਾ, ਤੁਸੀਂ ਇਸ ਚੀਜ਼ ਦਾ ਅੰਦਾਜ਼ਾ ਨਹੀਂ ਕਰ ਸਕਦੇ ਕਿ ਇਹਨਾਂ ਨੂੰ ਕਿੰਨਾ ਕੁ ਨੁਕਸਾਨ ਉਠਾਉਣਾ ਪਿਆ ਗਿਆ ਹੈ। ਇਹਨਾਂ ਨੇ ਬਹੁਤ ਜ਼ਿਆਦਾ ਨੁਕਸਾਨ ਉਠਾਇਆ ਗਿਆ ਹੈ। ਇਹ ਬੰਦੇ ਹੈਗੇ ਨੇ, ਇਹਨਾਂ ਨੂੰ ਕੋਈ 10 20 30 100 200 ਬੰਦੇ ਦੀ ਲਾਸ਼ ਚਾਹੀਦੀ ਸੀ, ਉਹ ਲਾਵਨੋਂ ਨਹੀਂ ਮਾਮਲਾ ਹੋ ਸਕਿਆ ਹੈਗਾ। ਇਹਨਾਂ ਲਾਸ਼ਾਂ ਲੈ ਲੈ ਚੌਂਕ ਚੌਂਕ ਫਿਰਨਾ ਸੀ। ਲੇਕਿਨ ਹਕੂਮਤ ਨੂੰ ਅਸੀਂ ਅਪੀਲ ਕਰਨੇ ਆ, ਇਹਨਾਂ ਦਾ ਕਲਾ ਕੰਮਾਂ ਕੀਤਾ ਜਾਵੇ। ਅਸੀਂ ਆਪਦੀ ਫੌਜ ਨੂੰ ਸਲਾਮ ਪੇਸ਼ ਕਰਨੇ ਕਿ ਜਿਹਨੇ ਇਹਨਾਂ ਸਾਰੇ ਜੜ ਦਾ ਜਿਹੜਾ ਸੀ ਨਾ ਫਿਤਨੇ ਜੜ ਦਾ ਖਾਤਮਾ ਕੀਤਾ। ਅੱਲਾਹ ਪਾਕ ਸਾਡੇ ਸਾਰੇ ਮੁਲਕ ਦੇ ਅਦਾਰਿਆਂ ਨੂੰ ਖੈਰ ਖਰੀਅਤ ਨਾਲ ਆਮੀਨ ਰੱਖੇ। ਠੀਕ ਹੈ, ਬਹੁਤ ਸ਼ੁਕਰੀਆ। ਅਸਲਾਮ ਵਾਲੇਕੁਮ ਵਰਹਮਤੁல்லாਹ।